ਪਿਆਰੇ ਵਿਦਿਆਰਥੀਓ, ਅੱਜ ਦੀ ਜਮਾਤ ਵਿੱਚ ਅਸੀਂ 9ਵੀਂ ਜਮਾਤ ਦੀ ਕਿਤਾਬ ਸਾਹਿਤਕ ਰੰਗ ਭਾਗ ਪਹਿਲਾ ਵਿੱਚੋਂ ਸੁਨੀਲ ਕੁਮਾਰ ਬੇਦੀ ਦੁਆਰਾ ਲਿਖੀ ਜੀਵਨੀ ਪੁਲਾੜ ਦੀ ਪਰੀ ਕਲਪਨਾ ਚਾਵਲਾ ਦੇ ਪ੍ਰਸ਼ਨ ਉੱਤਰਾਂ ਦੀ ਦੁਹਰਾਈ ਕਰਾਂਗੇ। ਪੁਲਾੜ ਦੀ ਪਰੀ ਕਲਪਨਾ ਚਾਵਲਾ। ਪ੍ਰਸ਼ਨ 1। ਪੁਲਾੜ ਵਿਗਿਆਨੀ ਕਲਪਨਾ ਚਾਵਲਾ ਦਾ ਬਚਪਨ ਕਿਸ ਤਰ੍ਹਾਂ ਬੀਤਿਆ? ਉੱਤਰ। ਪੁਲਾੜ ਵਿਗਿਆਨੀ ਕਲਪਨਾ ਚਾਵਲਾ ਦਾ ਬਚਪਨ ਆਮ ਸਧਾਰਨ ਪਰਿਵਾਰ ਦੇ ਬੱਚਿਆਂ ਵਾਂਗ ਹੀ ਬੀਤਿਆ। ਉਹ ਇੱਕ ਸਧਾਰਨ ਪਰਿਵਾਰ ਨਾਲ ਸੰਬੰਧ ਰੱਖਦੀ ਸੀ ਜੋ ਧਾਰਮਿਕ ਖਿਆਲਾਂ ਵਾਲਾ ਸੀ। ਇਸ ਦਾ ਅਸਰ ਉਸ ਉੱਤੇ ਇਹ ਹੋਇਆ ਕਿ ਉਹ ਪੁਲਾੜ ਵਿਗਿਆਨੀ ਹੋਣ ਦੇ ਨਾਲ ਨਾਲ ਸੰਸਕਾਰੀ ਤੇ ਸ਼ਾਕਾਹਾਰੀ ਸੀ। ਉਹ ਆਪਣੇ 4 ਭੈਣ ਭਰਾਵਾਂ ਵਿੱਚੋਂ ਸਭ ਤੋਂ ਛੋਟੀ ਸੀ। ਉਹ ਬਹੁਤ ਲਾਡਲੀ ਸੀ। ਬਚਪਨ ਤੋਂ ਹੀ ਉਹ ਚੰਨ ਤਾਰਿਆਂ ਦੇ ਰਹੱਸ ਬਾਰੇ ਸੋਚਣ ਲੱਗ ਪਈ ਸੀ। ਉਸ ਨੇ 4ਥੀ ਜਮਾਤ ਵਿੱਚ ਪੜ੍ਹਦਿਆਂ ਸਪੇਸ ਸ਼ਟਲ ਦਾ ਮਾਡਲ ਬਣਾਇਆ ਸੀ ਅਤੇ ਕਿਹਾ ਕਿ ਉਹ ਵੱਡੀ ਹੋ ਕੇ ਇਸ ਤਰ੍ਹਾਂ ਦੇ ਸਪੇਸ ਸ਼ਟਲ ਵਿੱਚ ਯਾਤਰਾ ਕਰੇਗੀ। ਉਸ ਨੇ 10ਵੀਂ ਦੀ ਪ੍ਰੀਖਿਆ ਟੈਗੋਰ ਬਾਲ ਨਿਕੇਤਨ ਸਕੂਲ ਕਰਨਾਲ ਤੋਂ ਪਾਸ ਕੀਤੀ। ਪ੍ਰਸ਼ਨ 2। ਪਰਿਵਾਰਕ ਮਾਹੌਲ ਦਾ ਸਾਹਮਣਾ ਕਲਪਨਾ ਨੇ ਕਿਸ ਤਰ੍ਹਾਂ ਕੀਤਾ? ਉੱਤਰ। ਕਲਪਨਾ ਨੇ ਆਪਣੇ ਪਰਿਵਾਰਕ ਮਾਹੌਲ ਦਾ ਸਾਹਮਣਾ ਆਪਣੇ ਆਸ਼ਾਵਾਦੀ ਉਦੇਸ਼ ਨੂੰ ਮੁੱਖ ਰੱਖ ਕੇ ਬੜੀ ਸੂਝ-ਬੂਝ, ਦਲੇਰੀ, ਕਾਫੀ ਜੱਦੋ-ਜਹਿਦ ਤੇ ਮੁਸ਼ਕਿਲਾਂ ਨਾਲ ਕੀਤਾ। ਮਾਪਿਆਂ ਦੀ ਸੋਚ ਸੀ ਕਿ ਉਹ ਅਧਿਆਪਨ ਜਾਂ ਡਾਕਟਰੀ ਦੀ ਪੜ੍ਹਾਈ ਕਰੇ, ਪਰ ਉਹ ਸਪੇਸ ਇੰਜੀਨੀਅਰ ਬਣਨਾ ਚਾਹੁੰਦੀ ਸੀ। ਇਸ ਲਈ ਉਸ ਨੇ ਆਪਣੇ ਮਾਤਾ-ਪਿਤਾ ਨੂੰ ਬੜੀ ਮੁਸ਼ਕਿਲ ਨਾਲ ਮਨਾਇਆ ਤੇ ਫਿਰ ਚੰਡੀਗੜ੍ਹ ਤੋਂ BE ਦੀ ਡਿਗਰੀ ਕੀਤੀ ਤੇ ਅਮਰੀਕਾ ਤੋਂ ਮਾਸਟਰ ਇਨ ਐਰੋਨਾਟਿਕਲ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ। ਪ੍ਰਸ਼ਨ ਨੰਬਰ 3। ਕਲਪਨਾ ਪਹਿਲੀ ਵਾਰ ਪੁਲਾੜ ਵਿੱਚ ਕਦੋਂ ਗਈ ਅਤੇ ਉਸ ਮਿਸ਼ਨ ਦਾ ਉਦੇਸ਼ ਕੀ ਸੀ? ਉੱਤਰ। 19 ਨਵੰਬਰ 1997 ਨੂੰ ਕਲਪਨਾ ਪਹਿਲੀ ਵਾਰ ਪੁਲਾੜ ਵਿੱਚ ਗਈ ਸੀ। ਇਹ ਮਿਸ਼ਨ STS-87 19 ਨਵੰਬਰ 1997 ਨੂੰ ਸ਼ੁਰੂ ਹੋਇਆ। ਇਸ ਮਿਸ਼ਨ ਦਾ ਉਦੇਸ਼ ਪੁਲਾੜ ਵਿੱਚ ਇੱਕ ਸਪਾਰਟਨ ਸੈਟੇਲਾਈਟ ਨਾਂ ਦੇ ਉਪਗ੍ਰਹਿ ਨੂੰ ਗ੍ਰਹਿ ਪੰਧ ਉੱਤੇ ਪਾਉਣਾ ਸੀ। ਇਸੇ ਸਾਲ ਭਾਰਤ ਆਪਣੀ ਆਜ਼ਾਦੀ ਦੀ 50ਵੀਂ ਵਰ੍ਹੇਗੰਢ ਮਨਾ ਰਿਹਾ ਸੀ। ਪ੍ਰਸ਼ਨ 4। ਕਲਪਨਾ ਚਾਵਲਾ ਦੀ ਮੌਤ ਕਿਸ ਤਰ੍ਹਾਂ ਹੋਈ? ਉੱਤਰ। ਕਲਪਨਾ ਚਾਵਲਾ ਆਪਣੇ 6 ਹੋਰ ਵਿਗਿਆਨੀ ਸਾਥੀਆਂ ਸਮੇਤ 16 ਜਨਵਰੀ 2003 ਨੂੰ ਮਿਸ਼ਨ STS-107 ਦੇ ਕੰਮ ਨੂੰ ਪੂਰਾ ਕਰਨ ਲਈ ਕੋਲੰਬੀਆ ਯਾਨ ਨਾਂ ਦੇ ਪੁਲਾੜੀ ਜਹਾਜ਼ ਰਾਹੀਂ ਪੁਲਾੜ ਵਿੱਚ ਗਈ। 16 ਦਿਨ ਪੁਲਾੜ ਵਿੱਚ ਖੋਜ ਅਧਿਐਨ ਕਰਨ ਤੋਂ ਬਾਅਦ ਜਦ ਉਹ ਪੁਲਾੜੀ ਜਹਾਜ਼ ਧਰਤੀ 'ਤੇ ਵਾਪਸ ਆ ਰਿਹਾ ਸੀ ਤਾਂ ਧਰਤੀ 'ਤੇ ਪੁੱਜਣ ਤੋਂ 16 ਕੁ ਮਿੰਟ ਪਹਿਲਾਂ ਜਹਾਜ਼ ਖਾਮੋਸ਼ ਹੋ ਗਿਆ ਕਿਉਂਕਿ ਧਰਤੀ ਦੇ ਵਾਯੂਮੰਡਲ ਵਿੱਚ ਦਾਖਲ ਹੋਣ ਸਮੇਂ ਗੁਰੂਤਾ ਸ਼ਕਤੀ ਕਾਰਨ ਜਹਾਜ਼ ਦੀ ਰਫ਼ਤਾਰ ਅਤੇ ਤਾਪਮਾਨ ਵੱਧ ਗਿਆ ਸੀ, ਜਿਸ ਕਾਰਨ ਜਹਾਜ਼ ਹਾਦਸਾਗ੍ਰਸਤ ਹੋ ਗਿਆ। 1 ਫਰਵਰੀ 2003 ਨੂੰ ਕਲਪਨਾ ਆਪਣੇ ਸਾਥੀਆਂ ਸਮੇਤ ਖਲਾਅ ਵਿੱਚ ਹੀ ਅਲੋਪ ਹੋ ਗਈ। ਪ੍ਰਸ਼ਨ 5। ਪੁਲਾੜ ਦੀ ਕਿਹੜੀ ਰਹੱਸ ਦਾ ਭੇਤ ਕਲਪਨਾ ਲਈ ਪ੍ਰੇਰਨਾ ਸਰੋਤ ਬਣਿਆ? ਉੱਤਰ। ਪੁਲਾੜ ਦੇ ਚੰਨ ਤਾਰਿਆਂ ਦਾ ਰਹੱਸ
ਕਲਪਨਾ ਲਈ ਪ੍ਰੇਰਨਾ ਸਰੋਤ ਬਣਿਆ। ਉਹ ਪੁਲਾੜ ਵਿੱਚ ਜਾ ਕੇ ਚੰਨ ਤਾਰਿਆਂ ਦੇ ਰਹੱਸ ਨੂੰ ਜਾਣਨਾ ਚਾਹੁੰਦੀ ਸੀ। ਪੁਲਾੜ ਵਿੱਚ ਗੁਰੂਤਾ ਸ਼ਕਤੀ ਨਾ ਹੋਣ ਕਾਰਨ ਮਨੁੱਖੀ ਸਰੀਰ ਦੇ ਸਾਰੇ ਅੰਗ ਕਿਰਿਆਸ਼ੀਲ ਹੋ ਜਾਂਦੇ ਹਨ। ਕਲਪਨਾ ਇਸ ਦਾ ਅਧਿਐਨ ਕਰਨਾ ਚਾਹੁੰਦੀ ਸੀ। ਆਖਰੀ ਪੁਲਾੜ ਯਾਤਰਾ ਦੌਰਾਨ ਉਸ ਨੇ ਮਨੁੱਖੀ ਸਰੀਰ ਉੱਤੇ ਅੰਤਰਿਕਸ਼ ਦਾ ਪ੍ਰਭਾਵ, ਕੈਂਸਰ ਕੋਸ਼ਿਕਾਵਾਂ ਦੀ ਸਮੀਖਿਆ, ਕੀਟ ਪਤੰਗਿਆਂ ਉੱਤੇ ਭਾਰਹੀਣਤਾ ਪ੍ਰਭਾਵ ਅਤੇ ਬ੍ਰਹਿਮੰਡ ਦੇ ਹੋਰ ਰਹੱਸਾਂ ਦੀ ਜਾਣਕਾਰੀ ਨਾਲ ਸੰਬੰਧਿਤ ਤਕਰੀਬਨ 80 ਪ੍ਰਯੋਗ ਕੀਤੇ। ਪ੍ਰਸ਼ਨ 6। ਕਲਪਨਾ ਚਾਵਲਾ ਦੇ ਜੀਵਨ ਤੋਂ ਸਾਨੂੰ ਕੀ ਪ੍ਰੇਰਨਾ ਲੈਣੀ ਚਾਹੀਦੀ ਹੈ? ਉੱਤਰ: ਕਲਪਨਾ ਚਾਵਲਾ ਦੇ ਜੀਵਨ ਤੋਂ ਸਾਨੂੰ ਇਹ ਪ੍ਰੇਰਨਾ ਲੈਣੀ ਚਾਹੀਦੀ ਹੈ ਕਿ ਹਰ ਕੰਮ ਕਿਸੇ ਨਾ ਕਿਸੇ ਉਦੇਸ਼ ਲਈ ਕੀਤਾ ਜਾਣਾ ਚਾਹੀਦਾ ਹੈ। ਆਪਣਾ ਹਰ ਕੰਮ ਪੂਰੀ ਲਗਨ ਨਾਲ ਕੀਤਾ ਜਾਣਾ ਚਾਹੀਦਾ ਹੈ। ਜਦੋਂ ਅਸੀਂ ਆਪਣੇ ਕੰਮ ਪ੍ਰਤੀ ਪੂਰੀ ਤਰ੍ਹਾਂ ਸਮਰਪਿਤ ਹੋਵਾਂਗੇ ਤਾਂ ਅਸੀਂ ਆਪਣੀ ਮੰਜ਼ਿਲ 'ਤੇ ਪਹੁੰਚਣ ਵਿੱਚ ਕਾਮਯਾਬ ਹੋਵਾਂਗੇ। ਕਲਪਨਾ ਚਾਵਲਾ ਨੇ ਆਪਣੀ ਮਿਹਨਤ, ਲਗਨ ਤੇ ਦ੍ਰਿੜ ਇਰਾਦੇ ਨਾਲ ਆਪਣੇ ਉਦੇਸ਼ ਦੀ ਪ੍ਰਾਪਤੀ ਲਈ ਹੀ ਕੰਮ ਕੀਤਾ ਤੇ ਸਫਲਤਾ ਪ੍ਰਾਪਤ ਕੀਤੀ। ਇਸ ਤਰ੍ਹਾਂ ਸਾਨੂੰ ਵੀ ਆਪਣੇ ਦ੍ਰਿੜ ਇਰਾਦੇ ਨਾਲ ਕੰਮ ਕਰਦਿਆਂ ਜੀਵਨ ਦੇ ਹਰ ਮੁਕਾਮ ਨੂੰ ਪ੍ਰਾਪਤ ਕਰਨਾ ਚਾਹੀਦਾ ਹੈ। ਪ੍ਰਸ਼ਨ 7। ਪੁਲਾੜ ਦਾ ਵਿਗਿਆਨਿਕ ਅਧਿਐਨ ਜੋਖਮ ਭਰਿਆ ਹੈ। ਕੀ ਇਸ ਦੇ ਬਾਵਜੂਦ ਵਿਗਿਆਨੀਆਂ ਨੂੰ ਖੋਜ ਜਾਰੀ ਰੱਖਣੀ ਚਾਹੀਦੀ ਹੈ? ਉੱਤਰ: ਪੁਲਾੜ ਦਾ ਵਿਗਿਆਨਿਕ ਅਧਿਐਨ ਜੋਖਮ ਭਰਿਆ ਹੈ ਕਿਉਂਕਿ ਇੱਕ ਤਾਂ ਉੱਥੇ ਆਕਸੀਜਨ ਦੀ ਬਹੁਤ ਕਮੀ ਹੈ, ਦੂਜਾ ਉੱਥੇ ਦਾ ਵਾਯੂਮੰਡਲ ਇਸ ਧਰਤੀ ਉੱਤੇ ਰਹਿਣ ਵਾਲੇ ਮਨੁੱਖਾਂ ਦੇ ਅਨੁਕੂਲ ਨਹੀਂ ਹੈ। ਉੱਥੇ ਪਹੁੰਚਣ ਲਈ ਵਿਸ਼ੇਸ਼ ਕਿਸਮ ਦੇ ਪੁਲਾੜੀ ਜਹਾਜ਼ ਵਿੱਚ ਵਿਸ਼ੇਸ਼ ਪਹਿਰਾਵੇ ਵਿੱਚ ਜਾਣਾ ਪੈਂਦਾ ਹੈ। ਉੱਥੇ ਜਾਣਾ ਤਾਂ ਕੁਝ ਹੱਦ ਤੱਕ ਆਸਾਨ ਕਿਹਾ ਜਾ ਸਕਦਾ ਹੈ, ਪਰ ਵਾਪਸੀ ਵੇਲੇ ਹਮੇਸ਼ਾ ਦੁਚਿੱਤੀ ਬਣੀ ਰਹਿੰਦੀ ਹੈ। ਪਰ ਇਸ ਦਾ ਮਤਲਬ ਇਹ ਨਹੀਂ ਕਿ ਜੋਖਮਾਂ ਜਾਂ ਰੁਕਾਵਟਾਂ ਤੋਂ ਘਬਰਾ ਕੇ ਵਿਗਿਆਨੀ ਆਪਣੀਆਂ ਖੋਜਾਂ ਬੰਦ ਕਰ ਦੇਣ, ਬਲਕਿ ਅਸਫਲਤਾ ਵਿੱਚ ਹੀ ਕਾਮਯਾਬੀ ਛੁਪੀ ਹੁੰਦੀ ਹੈ। ਇਸ ਦੇ ਆਧਾਰ 'ਤੇ ਜੋਖਮ ਉਠਾਉਣੇ ਵੀ ਜ਼ਰੂਰੀ ਹੋ ਜਾਂਦੇ ਹਨ। ਜੇਕਰ ਪਹਿਲਾਂ ਹੀ ਨਾਪੱਖੀ ਸੋਚ ਸੋਚੀਏ ਤਾਂ ਹੋ ਸਕਦਾ ਹੈ ਕਿ ਬਣਿਆ ਕੰਮ ਰਹਿ ਜਾਵੇ ਤੇ ਜੇਕਰ ਹੌਸਲੇ ਬੁਲੰਦ ਹੋਣਗੇ ਤਾਂ ਕਾਮਯਾਬੀ ਆਪਣੇ ਆਪ ਮਿਲ ਜਾਵੇਗੀ। ਵਿਗਿਆਨੀਆਂ ਦੀ ਸੰਸਾਰ ਨੂੰ ਬਹੁਤ ਵੱਡੀ ਦੇਣ ਹੈ। ਇਸ ਲਈ ਪੁਲਾੜ ਸੰਬੰਧੀ ਵਿਗਿਆਨਿਕ ਅਧਿਐਨ ਨਿਰੰਤਰ ਜਾਰੀ ਹੈ ਤੇ ਜਾਰੀ ਰਹਿਣਾ ਚਾਹੀਦਾ ਹੈ। ਹਾਂਜੀ ਬੇਟੇ, ਹੁਣ ਪ੍ਰਸ਼ਨ ਨੰਬਰ 8। ਕੀ ਤੁਸੀਂ ਆਪਣੀ ਜ਼ਿੰਦਗੀ ਵਿੱਚ ਕੁਝ ਕਰਨ ਲਈ ਕੋਈ ਮਿਸ਼ਨ ਮਿੱਥਿਆ ਹੈ? ਉਸ ਬਾਰੇ ਕਾਰਜ ਯੋਜਨਾ ਤੇ ਆਪਣੇ ਇਰਾਦੇ ਬਾਰੇ ਖੁੱਲ੍ਹ ਕੇ ਵਿਚਾਰ ਪੇਸ਼ ਕਰੋ। ਉੱਤਰ: ਮੈਂ 9ਵੀਂ ਜਮਾਤ ਦੀ ਵਿਦਿਆਰਥਣ ਹਾਂ। ਮੈਂ ਇੱਕ ਡਾਕਟਰ ਬਣਨਾ ਚਾਹੁੰਦੀ ਹਾਂ ਤੇ ਕੈਂਸਰ ਵਰਗੀਆਂ ਨਾਮੁਰਾਦ ਬਿਮਾਰੀਆਂ ਬਾਰੇ ਖੋਜ ਕਰਕੇ ਇਹਨਾਂ ਉੱਤੇ ਕਾਬੂ ਪਾਉਣਾ ਚਾਹੁੰਦੀ ਹਾਂ। ਮਾਨਵਤਾ ਦੀ ਸੇਵਾ ਕਰਨਾ ਹੀ ਮੇਰਾ ਮਿਸ਼ਨ ਹੈ। ਹਰ ਸਾਲ ਹਜ਼ਾਰਾਂ ਜ਼ਿੰਦਗੀਆਂ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਦੀ ਭੇਟ ਚੜ੍ਹ ਜਾਂਦੀਆਂ ਹਨ ਅਤੇ ਬਹੁਤ ਸਾਰੇ ਇਲਾਕੇ ਅਜਿਹੇ ਹਨ ਜਿੱਥੇ ਡਾਕਟਰੀ ਸੇਵਾਵਾਂ ਦੀ ਘਾਟ ਹੈ। ਮੈਂ ਅਜਿਹੇ ਇਲਾਕਿਆਂ ਵਿੱਚ ਜਾ ਕੇ ਬਿਮਾਰ ਲੋਕਾਂ ਦੀ ਮਦਦ ਕਰਨਾ ਚਾਹੁੰਦੀ ਹਾਂ ਤਾਂ ਕਿ ਉਹਨਾਂ ਨੂੰ
ਬਿਮਾਰੀ ਦੀ ਜਿੱਲਤ ਭਰੀ ਜ਼ਿੰਦਗੀ ਵਿੱਚੋਂ ਕੱਢ ਕੇ ਇੱਕ ਨਵਾਂ ਜੀਵਨ ਦੇ ਸਕਾਂ। ਪ੍ਰਸ਼ਨ 9। ਕਲਪਨਾ ਚਾਵਲਾ ਦੇ ਇਸਤਰੀਆਂ ਦੀ ਉੱਚ ਸਿੱਖਿਆ ਬਾਰੇ ਕੀ ਵਿਚਾਰ ਸਨ? ਉੱਤਰ, ਕਲਪਨਾ ਚਾਵਲਾ ਇਸਤਰੀਆਂ ਨੂੰ ਉੱਚ ਸਿੱਖਿਆ ਦੇਣ ਦੇ ਹੱਕ ਵਿੱਚ ਸੀ। ਉਹ ਉਹਨਾਂ ਲੋਕਾਂ ਨੂੰ ਨਫ਼ਰਤ ਕਰਦੀ ਸੀ ਜੋ ਆਪਣੀਆਂ ਧੀਆਂ ਨੂੰ ਕਾਲਜ ਭੇਜਣ ਤੋਂ ਇਨਕਾਰ ਕਰਦੇ ਸੀ। ਉਹ ਸੋਚਦੀ ਸੀ ਕਿ ਔਰਤ ਸਿਰਫ ਘਰ ਦੀ ਚਾਰ ਦੀਵਾਰੀ ਵਿੱਚ ਹੀ ਕੈਦ ਹੋ ਕੇ ਨਾ ਰਹਿ ਜਾਵੇ। ਉਸ ਨੂੰ ਘਰ ਤੋਂ ਬਾਹਰ ਆ ਕੇ ਆਪਣੀ ਯੋਗਤਾ ਵਿਖਾਉਣ ਦਾ ਮੌਕਾ ਮਿਲਣਾ ਚਾਹੀਦਾ ਹੈ। ਔਰਤ ਪੜ੍ਹੇਗੀ ਨਹੀਂ ਤਾਂ ਸਮਾਜ ਵਿੱਚ ਤਬਦੀਲੀ ਕਿਵੇਂ ਆਵੇਗੀ? ਪ੍ਰਸ਼ਨ 10। ਕਲਪਨਾ ਚਾਵਲਾ ਨੇ ਆਪਣੀ ਮਾਸਟਰ ਡਿਗਰੀ ਤੇ PhD ਦੀ ਡਿਗਰੀ ਕਿੱਥੋਂ ਪਾਸ ਕੀਤੀ? ਉੱਤਰ, ਕਲਪਨਾ ਚਾਵਲਾ ਨੂੰ 1982 ਵਿੱਚ ਅਮਰੀਕਾ ਦੀ ਟੈਕਸਾਸ ਯੂਨੀਵਰਸਿਟੀ ਨੇ ਉਸ ਨੂੰ ਮਾਸਟਰ ਇਨ ਐਰੋਨਾਟਿਕਲ ਇੰਜੀਨੀਅਰਿੰਗ ਦੀ ਪੜ੍ਹਾਈ ਲਈ ਚੁਣ ਲਿਆ। ਮਾਤਾ ਪਿਤਾ ਚਾਹੁੰਦੇ ਸਨ ਕਿ ਉਹ ਇੱਥੇ ਰਹਿ ਕੇ ਮਾਸਟਰ ਡਿਗਰੀ ਕਰ ਲਵੇ। ਇਸ ਵਾਰ ਕਲਪਨਾ ਨੇ ਬੜੀ ਜੱਦੋ-ਜਹਿਦ ਕਰਕੇ ਆਪਣੇ ਮਾਤਾ ਪਿਤਾ ਨੂੰ ਰਾਜੀ ਕੀਤਾ। 1982 ਵਿੱਚ ਉਹ ਅਮਰੀਕਾ ਚਲੀ ਗਈ। 1984 ਵਿੱਚ ਯੂਨੀਵਰਸਿਟੀ ਆਫ ਟੈਕਸਾਸ ਅਰਲਿੰਗਟਨ ਤੋਂ ਐਰੋਸਪੇਸ ਇੰਜੀਨੀਅਰਿੰਗ ਦੀ SS ਦੀ ਪੜ੍ਹਾਈ ਪੂਰੀ ਕੀਤੀ ਅਤੇ 1988 ਵਿੱਚ ਉਸ ਨੇ ਯੂਨੀਵਰਸਿਟੀ ਆਫ ਕੋਲੋਰਾਡੋ ਬੋਲਦਰ ਤੋਂ ਆਪਣੀ ਦੂਜੀ ਮਾਸਟਰ ਡਿਗਰੀ ਅਤੇ PhD ਦੀ ਡਿਗਰੀ ਕੀਤੀ। ਪ੍ਰਸ਼ਨ 11। ਕਲਪਨਾ ਚਾਵਲਾ ਨੂੰ ਕਿਹੜੇ-ਕਿਹੜੇ ਸਨਮਾਨ ਮਿਲੇ ਅਤੇ ਉਸ ਦੀ ਯਾਦ ਵਿੱਚ ਕਿਹੜੇ-ਕਿਹੜੇ ਮਾਣ ਸਨਮਾਨ ਦਿੱਤੇ ਜਾਂਦੇ ਹਨ? ਉੱਤਰ, ਮਰਨ ਉਪਰੰਤ ਕਲਪਨਾ ਨੂੰ ਕਾਂਗਰੈਸ਼ਨਲ ਸਪੇਸ ਮੈਡਲ, ਨਾਸਾ ਸਪੇਸ ਫਲਾਈਟ ਮੈਡਲ, ਨਾਸਾ ਡਿਸਟਿੰਗੁਇਸ਼ਡ ਸਰਵਿਸ ਮੈਡਲ ਮਿਲੇ। ਕਲਪਨਾ ਦੇ ਸਨਮਾਨ ਵਿੱਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਬਹੁਤ ਸਾਰੇ ਇਨਾਮ ਅਤੇ ਸੰਸਥਾਵਾਂ ਦੀ ਸਥਾਪਨਾ ਕੀਤੀ ਗਈ ਹੈ। ਯੂਨੀਵਰਸਿਟੀ ਆਫ ਕੋਲੋਰਾਡੋ ਨੇ 1983 ਤੋਂ ਦਿੱਤੇ ਜਾ ਰਹੇ ਆਊਟਸਟੈਂਡਿੰਗ ਰੀਸੈਂਟ ਐਲੂਮਨੀ ਅਵਾਰਡ ਦਾ ਨਾਂ ਹੁਣ ਕਲਪਨਾ ਚਾਵਲਾ ਅਵਾਰਡ ਰੱਖ ਦਿੱਤਾ ਹੈ। ਕਰਨਾਲ ਵਿੱਚ ਕਲਪਨਾ ਚਾਵਲਾ ਮੈਡੀਕਲ ਕਾਲਜ ਦੀ ਸਥਾਪਨਾ ਕੀਤੀ ਗਈ ਹੈ। ਹਰਿਆਣਾ ਸਰਕਾਰ ਵੱਲੋਂ ਕੁਰੂਕਸ਼ੇਤਰ ਵਿੱਚ ਕਲਪਨਾ ਚਾਵਲਾ ਤਾਰਾ ਮੰਡਲ ਦੀ ਸਥਾਪਨਾ ਕੀਤੀ ਗਈ ਹੈ। ਇਸ ਤਰ੍ਹਾਂ ਦੇਸ਼ਾਂ ਵਿਦੇਸ਼ਾਂ ਤੋਂ ਬਹੁਤ ਸਾਰੇ ਸਨਮਾਨ ਉਸ ਨੂੰ ਮਿਲੇ ਹਨ। ਹਾਂਜੀ ਬੇਟੇ, ਹੁਣ ਆਪਣੇ ਛੋਟੇ ਪ੍ਰਸ਼ਨ ਉੱਤਰ। ਪ੍ਰਸ਼ਨ 1। ਪੁਲਾੜ ਦੀ ਪਰੀ ਕਲਪਨਾ ਚਾਵਲਾ ਜੀਵਨੀ ਦੇ ਲੇਖਕ ਦਾ ਨਾਂ ਲਿਖੋ। ਉੱਤਰ, ਸੁਨੀਲ ਕੁਮਾਰ ਬੇਦੀ। ਪ੍ਰਸ਼ਨ 2। ਕਲਪਨਾ ਚਾਵਲਾ ਦਾ ਜਨਮ ਕਦੋਂ ਹੋਇਆ? ਉੱਤਰ, 1 ਜੁਲਾਈ 1961 ਨੂੰ। ਪ੍ਰਸ਼ਨ 3। ਕਲਪਨਾ ਚਾਵਲਾ ਦੇ ਮਾਤਾ ਪਿਤਾ ਦਾ ਕੀ ਨਾਂ ਸੀ? ਉੱਤਰ, ਮਾਤਾ ਦਾ ਨਾਂ ਸੰਯੋਗਤਾ ਅਤੇ ਪਿਤਾ ਦਾ ਨਾਂ ਬਨਾਰਸੀ ਲਾਲ। ਪ੍ਰਸ਼ਨ 4। ਕਲਪਨਾ ਨੂੰ ਸਾਰੇ ਬਚਪਨ ਵਿੱਚ ਕੀ ਕਹਿ ਕੇ ਬੁਲਾਉਂਦੇ ਸਨ? ਉੱਤਰ, ਮੋਂਟੂ। ਪ੍ਰਸ਼ਨ 5। ਕਲਪਨਾ ਚਾਵਲਾ ਦਾ ਪਰਿਵਾਰ ਕਿਹੋ ਜਿਹੇ ਵਿਚਾਰਾਂ ਵਾਲਾ ਸੀ? ਉੱਤਰ, ਧਾਰਮਿਕ ਵਿਚਾਰਾਂ ਵਾਲਾ। ਪ੍ਰਸ਼ਨ 6। ਕਲਪਨਾ ਕਿਹੋ ਜਿਹੇ ਇਰਾਦੇ ਵਾਲੀ ਕੁੜੀ ਸੀ? ਉੱਤਰ, ਦ੍ਰਿੜ ਇਰਾਦੇ ਵਾਲੀ। ਪ੍ਰਸ਼ਨ 7।
ਕਲਪਨਾ ਨੇ PhD ਦੀ ਡਿਗਰੀ ਕਿੱਥੋਂ ਪ੍ਰਾਪਤ ਕੀਤੀ? ਉੱਤਰ ਯੂਨੀਵਰਸਿਟੀ ਆਫ ਕੋਲੋਰਾਡੋ ਬੋਲਦਰ ਤੋਂ। ਪ੍ਰਸ਼ਨ 8 ਕਲਪਨਾ ਦਾ ਵਿਆਹ ਕਿਸ ਨਾਲ ਹੋਇਆ? ਉੱਤਰ ਜੀਨ ਪੀਅਰ ਹੈਰੀਸਨ। ਪ੍ਰਸ਼ਨ 9 1984 ਵਿੱਚ ਕਿਹੜੇ ਭਾਰਤੀ ਨੇ ਸਪੇਸ ਯਾਤਰਾ ਕੀਤੀ? ਉੱਤਰ ਰਾਕੇਸ਼ ਸ਼ਰਮਾ ਨੇ। ਪ੍ਰਸ਼ਨ 10 ਕਲਪਨਾ ਕੀ ਬਣਨਾ ਚਾਹੁੰਦੀ ਸੀ? ਉੱਤਰ ਸਪੇਸ ਇੰਜੀਨੀਅਰ। ਪ੍ਰਸ਼ਨ ਨੰਬਰ 11 ਕਲਪਨਾ ਪਹਿਲੇ ਧਰਤੀ ਦੁਆਲੇ ਯਾਤਰਾ ਮਿਸ਼ਨ ਵਿੱਚ ਕਦੋਂ ਚੁਣੀ ਗਈ? ਉੱਤਰ 1996 ਵਿੱਚ। ਪ੍ਰਸ਼ਨ 12 ਕਲਪਨਾ ਚਾਵਲਾ ਦੇ ਸਾਥੀ ਵਿਗਿਆਨੀਆਂ ਨੇ ਮਿਲ ਕੇ ਕਿੰਨੇ ਪ੍ਰਯੋਗ ਕੀਤੇ? ਉੱਤਰ 80 ਪ੍ਰਯੋਗ ਕੀਤੇ। ਪ੍ਰਸ਼ਨ 13 ਕੋਲੰਬੀਆ ਪੁਲਾੜੀ ਜਹਾਜ਼ ਵਿੱਚ ਖਰਾਬੀ ਕਦੋਂ ਪੈਦਾ ਹੋਈ? ਉੱਤਰ ਧਰਤੀ ਦੇ ਵਾਯੂਮੰਡਲ ਵਿੱਚ ਦਾਖਲ ਹੋਣ ਤੋਂ 16 ਕੁ ਮਿੰਟ ਪਹਿਲਾਂ। ਪ੍ਰਸ਼ਨ 14 ਕਲਪਨਾ ਚਾਵਲਾ ਨੇ ਪੁਲਾੜ ਵਿੱਚੋਂ ਕਿਹੜੇ ਪ੍ਰਧਾਨ ਮੰਤਰੀ ਨਾਲ ਗੱਲ ਕੀਤੀ? ਉੱਤਰ ਇੰਦਰ ਕੁਮਾਰ ਗੁਜਰਾਲ ਨਾਲ।